ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਸਾਰੇ ਮਿਲ ਕੇ ਬਾਬਾ ਸ਼੍ਰੀ ਚੰਦਰ ਜੀ ਦੀ ਇੱਕ ਸਾਖੀ, ਜਿਸ ਦੇ ਵਿੱਚ ਤਈਏ ਤਾਪ ਦਾ ਜ਼ਿਕਰ ਹੈ, ਉਸ ਦੀ ਵਿਚਾਰ ਕਰਾਂਗੇ। ਬਾਬਾ ਸ਼੍ਰੀ ਚੰਦ ਭਾਰਤ ਦੇ ਵਿੱਚ ਲਗਭਗ ਸਾਰੇ ਪਾਸੇ ਹੀ ਰਟਨ ਕਰਦੇ ਰਹੇ। ਇਹਨਾਂ ਦਾ ਜ਼ਿਆਦਾ ਇਸ ਕਰਕੇ ਸਮਾਂ ਬਾਠ ਸਾਹਿਬ ਤੋਂ ਤਪੱਸਿਆ ਦਾ ਜੋ ਸਥਾਨ ਹੈ ਗੁਰਦਾਸਪੁਰ ਦੇ ਵਿੱਚ, ਪਠਾਨਕੋਟ ਤੋਂ ਕੁਛ ਦੂਰੀ 'ਤੇ ਹੈ। ਗੁਰਦਾਸਪੁਰ ਤੋਂ ਆਈਏ ਪਠਾਨਕੋਟ ਰੋਡ ਦੇ ਉੱਤੇ ਬਾਠ ਸਾਹਿਬ ਜਗ੍ਹਾ ਹੈ, ਜਿੱਥੇ ਬਾਬਾ ਸ਼੍ਰੀ ਚੰਦ ਜੀ ਆਖਦੇ ਹਨ ਕਿ 62 ਸਾਲ ਦਾ ਸਮਾਂ ਰਹੇ। ਕਿਤੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ 25 ਸਾਲ ਦਾ ਸਮਾਂ ਰਹੇ। ਇੱਥੇ ਵੀ ਉਹਨਾਂ ਨੇ ਬਹੁਤ ਸਮਾਂ ਤਪੱਸਿਆ ਕੀਤੀ। ਉਸ ਤੋਂ ਬਾਅਦ ਦੇਸ਼ ਦਾ ਰਿਟਰਨ ਕਰਦੇ ਹੋਏ, ਘੁੰਮਦੇ ਘੁਮਾਉਂਦੇ ਸਾਰੇ ਲਗਭਗ ਸੂਬਿਆਂ ਦੇ ਵਿੱਚ ਰਿਟਰਨ ਕੀਤਾ। ਇੱਕ ਵਾਰ ਦਾ ਜ਼ਿਕਰ ਹੈ ਕਿ ਜਹਾਂਗੀਰ ਬਾਦਸ਼ਾਹ ਦਾ ਸੁਨੇਹਾ ਲੈ ਕੇ ਉਸ ਦੇ ਅਹਿਲਕਾਰ ਆਏ ਬਾਬਾ ਸ਼੍ਰੀ ਚੰਦ ਜੀ ਦੇ ਪਾਸ, ਔਰ ਬਾਬਾ ਜੀ ਨੂੰ ਬਚਨ ਕੀਤਾ ਕਿ ਮਹਾਰਾਜ ਬਾਦਸ਼ਾਹ ਸਲਾਮਤ ਆਪ ਜੀ ਨੂੰ ਯਾਦ ਕਰਦੇ ਹਨ, ਕਿਰਪਾ ਕਰੋ ਦਰਸ਼ਨ ਦਿਓ। ਬਾਬਾ ਸ਼੍ਰੀ ਚੰਦ ਜੀ ਨੇ ਬਚਨ ਕੀਤਾ ਕਿ ਸਾਨੂੰ ਤਾਪ ਚੜ੍ਹਿਆ ਹੋਇਆ ਹੈ, ਬੁਖਾਰ ਚੜ੍ਹਿਆ ਹੋਇਆ ਹੈ, ਇਸ ਕਰਕੇ ਅਸੀਂ ਨਹੀਂ ਆ ਸਕਦੇ। ਅਤੇ ਜਹਾਂਗੀਰ ਨੇ ਕੀ ਕੀਤਾ, ਬਾਬਾ ਜੀ ਲਈ ਹਾਥੀ ਭੇਜ ਦਿੱਤਾ ਕਿ ਉੱਪਰ ਬਿਠਾ ਕੇ ਲੈ ਆਓ। ਆਖਦੇ ਹਨ ਕਿ ਹਾਥੀ ਨਾਲ ਲੈ ਕੇ ਔਰ 5-7 ਨੌਕਰ ਚਾਕਰ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਆਏ, ਔਰ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਿ ਲਓ ਸਾਡੀ ਪਹਿਲਾਂ ਲੋਈ ਉੱਤੇ ਰੱਖੋ, ਜੇਕਰ ਸਾਡਾ ਲੋਈ ਦਾ ਭਾਰ ਹਾਥੀ ਨੇ ਚੱਕ ਲਿਆ ਤਾਂ ਅਸੀਂ ਇਸ ਉੱਤੇ ਬੈਠਾਂਗੇ, ਨਹੀਂ ਤਾਂ ਨਹੀਂ ਬੈਠਾਂਗੇ। ਆਖਦੇ ਹਨ ਕਿ ਬਾਬਾ ਸ਼੍ਰੀ ਚੰਦ ਜੀ ਦਾ ਜੋ ਪੂਰਾ ਸੀ ਲੋਈ ਸੀ ਮੋਢੇ ਦੇ ਉੱਤੇ ਰੱਖੀ ਹੋਈ ਸੀ। ਜਦੋਂ ਉਹਨਾਂ ਨੂੰ ਦਿੱਤੀ ਕਿ ਹਾਥੀ ਦੇ ਉੱਤੇ ਰੱਖ ਦੇਵੋ, ਜਦੋਂ ਹਾਥੀ ਦੇ ਉੱਤੇ ਲੋਈ ਰੱਖੀ ਗਈ ਤਾਂ ਹਾਥੀ ਦੀਆਂ ਲੱਤਾਂ ਜ਼ਮੀਨ ਦੇ ਵਿੱਚ ਧੱਸ ਗਈਆਂ। ਹਾਥੀ ਉੱਚੀ ਉੱਚੀ ਚੰਗਾੜਾ ਮਾਰਨ ਲੱਗ ਪਿਆ, ਧਰਤੀ ਦੇ ਵਿੱਚ ਗਰਕਣ ਲੱਗ ਪਿਆ। ਦੌੜੇ ਭੱਜੇ ਆਏ ਬਾਬਾ ਸ਼੍ਰੀ ਚੰਦ ਜੀ ਨੂੰ, ਕਹਿੰਦੇ ਹਨ ਕਿ ਤੁਹਾਡੀ ਲੋਈ ਨੇ ਸਾਡਾ ਹਾਥੀ ਧਰਤੀ ਦੇ ਵਿੱਚ ਧਕੇਲ ਦਿੱਤਾ ਹੈ। ਤਾਂ ਬਾਬਾ ਸ਼੍ਰੀ ਚੰਦ ਜੀ ਆਖਦੇ ਹਨ ਕਿ ਲੋਈ ਨੂੰ ਉੱਤੋਂ ਲਾਹ ਦੇਵੋ, ਅਤੇ ਹਾਥੀ ਨੂੰ ਮੁੜ ਕੇ ਪੱਟ ਕੇ ਕੱਢਿਆ ਗਿਆ। ਅਤੇ ਬਾਬਾ ਸ਼੍ਰੀ ਚੰਦ ਜੀ ਆਖਦੇ ਹਨ ਕਿ ਤੁਸੀਂ ਜਾਓ, ਜਿੱਦਾਂ ਜੋ ਕਰਤਾਰ ਹੁਕਮ ਕਰੇਗਾ ਉਸੇ ਤਰ੍ਹਾਂ ਹੋਵੇਗਾ। ਉਹ ਚਲੇ ਗਏ। ਬਾਬਾ ਸ਼੍ਰੀ ਚੰਦ ਜੀ ਉੱਥੋਂ ਅੰਤਰ ਧਿਆਨ ਹੋਏ ਅਤੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਜਾ ਕੇ ਪ੍ਰਗਟ ਹੋ ਗਏ। ਜਹਾਂਗੀਰ ਬਾਦਸ਼ਾਹ ਆਪਣੇ ਸਿੰਘਾਸਣ ਦੇ ਉੱਤੇ ਬੈਠਾ ਹੈ, ਉੱਠ ਕੇ ਨਮਸਕਾਰ ਕੀਤੀ ਅਤੇ ਬਾਬਾ ਜੀ ਨੂੰ ਆਸਣ ਦਿੱਤਾ। ਬਾਬਾ ਜੀ ਦੇ ਕੋਲ ਇੱਕ ਝੋਲੀ ਹੋਇਆ ਕਰਦੀ ਸੀ, ਜਿਹੜੀ ਬਗਲ ਦੇ ਵਿੱਚ ਰੱਖਦੇ ਸਨ। ਉਸ ਦੇ ਵਿੱਚ ਕੁਛ ਜ਼ਰੂਰੀ ਆਪਣਾ ਸਮਾਨ ਉਹਨਾਂ ਦਾ ਹੁੰਦਾ ਸੀ। ਉਹ ਝੋਲੀ ਜਿਹੜੀ ਜਦੋਂ ਉਤਾਰ ਕੇ ਰੱਖੀ ਤਾਂ ਝੋਲੀ ਹਿੱਲ ਰਹੀ ਹੈ, ਅਤੇ ਜਹਾਂਗੀਰ ਆਖਦਾ ਹੈ ਕਿ ਮਹਾਰਾਜ ਇਹਦੇ ਵਿੱਚ ਕੀ ਹੈ। ਅਤੇ ਬਾਬਾ ਸ਼੍ਰੀ ਚੰਦ ਆਖਦੇ ਹਨ ਕਿ ਕੁਛ ਨਹੀਂ, ਇਸ ਦੇ ਵਿੱਚ ਵੀ ਕੋਈ ਬੰਦਾ ਵਸ ਕੀਤਾ ਹੋਇਆ ਹੈ। ਅਤੇ ਜਹਾਂਗੀਰ ਕਹਿਣ ਲੱਗਾ ਕਿ ਬੰਦਾ ਮਹਾਰਾਜ, ਇਹ ਕੌਣ ਹੈ ਜਿਹੜਾ ਵਿੱਚ ਹਿੱਲ ਰਿਹਾ ਹੈ, ਮੈਨੂੰ ਦਿਖਾਓ। ਅਤੇ ਬਾਬਾ ਸ਼੍ਰੀ ਚੰਦ ਕਹਿਣ ਲੱਗੇ ਕਿ ਤੂੰ ਇਸ ਦਾ ਦਰਸ਼ਨ ਨਾ ਕਰ, ਤੇ ਤੋਂ ਚੱਲਿਆ ਨਹੀਂ ਜਾਵੇਗਾ। ਜਹਾਂਗੀਰ ਬਾਦਸ਼ਾਹ ਨੇ ਫਿਰ ਕਿਹਾ, ਨਹੀਂ ਮੈਨੂੰ ਇਸ ਦੇ ਦਰਸ਼ਨ ਕਰਾਓ, ਕੌਣ ਹੈ। ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਝੋਲੀ ਦੇ ਵਿੱਚੋਂ ਬਲ ਇਸ਼ਾਰਾ ਕਰਕੇ ਕਿਹਾ ਕਿ ਬਾਹਰ ਆ ਕੇ ਤਈਆ ਤਾਪ ਦਰਸ਼ਨ ਦੇ ਰਾਜੇ ਨੂੰ, ਜਦੋਂ ਤਈਏ ਨੇ ਦਰਸ਼ਨ ਦਿੱਤੇ ਤਾਂ ਰਾਜੇ ਨੂੰ ਬੁਖਾਰ ਚੜ੍ਹ ਗਿਆ।
इतना कांबा छिड़िया, बुखार चढ़िया कि तड़फन लग पिया राजा। ते आखदा कि महाराज इसनों वापस लै लवो, मेरे को चलिया नहीं जाता। तो बाबा श्री चंद जी ने उसके सिर ते हत्थ फेरिया ते तईए ताप नूं मुड़ के झोली दे विच पा लिया। तो बाबा श्री चंद जी नूं आखदा है राजा कि महाराज तुसीं इसनूं झोली दे विच बंद कीता होया है, ये किस तरह की गल है। तो बाबा श्री चंद आखदे हन कि साडे इलाके दे विच इसने आउणा सी जिथे असीं रहिंदे हां अजकल, ते संगत नूं दुखी करना सी, लोगों नूं बुखार चढ़ने सन, कईयां दीयां मौतां होईयां सन। इस करके इसनूं असीं कहा कि तू सानूं चढ़ लै, जिहड़ा तू सानूं परेशान करना है कर लै, पर लोगों कोल ना जावीं। इस करके असीं इसनूं अपने कोल रखिया होया सी। तेरे कहण दे उत्ते असीं आए हाँ ते इसनूं असीं झोली दे विच पा के रखिया होया, तेरे नाल गलबात करन लई झोली दे विच पाया है। बाद दे विच इसनूं कह देना है कि सानूं चढ़ जा। इस तरह बाबा श्री चंद जी कल्याणकारी वचन करते हुए दरबार दे विच कईयां नूं उपदेश दिता। बादशाही दरबार दे विच जहांगीर ये बड़ा सुन के हैरान होया ते बाबा श्री चंद जी नूं कई तरह दीयां वस्तां दे के कई तरह सन्मानित किया और उत्थों विदा किया। तो गुरु प्यारी साध संगत इस तरह बाबा श्री चंद जी दीयां कई साखियां हैं जिहड़ा विच विच आप जी नाल जिक्र करांगे। अज दी साखी तो सानूं ये प्रमाण मिलता है कि जिहड़े महापुरुष हुंदे हन अपने ते दुख लै लैंदे हन ते संगत नूं सुख दिंदे हन। संगतां दा जिहड़ा दुख है वो उन्हां तो झल्लिया नहीं जाता। जिस तरह गुरु हरकृष्ण साहब 8वें पातशाह जदों महामारी का रोग आया सी दिल्ली दे विच, ते गुरु साहब ने गलियां दे विच फिर फिर के दर्शन दे दे के रोगियां दे रोग दूर किए। तो फिर जिहड़ा चरनामृत उन्हां दा पैरां दा जल पींदा सी वो भी तंदुरुस्त हो जाता सी। आखिर दे विच गुरु साहब ने अपने आप ते वो बीमारी लै लई, आप इस दुनिया तो चले गए पर संगतां नूं सुख दिता। अज तक बंगला साहब विच वो जल पिलाया जाता है जो चरनामृत का रूप है। तो गुरु साहब ने बाल अवस्था दे विच ही संगतां नूं सुख दे के आप अपना दुख लै लिया उन्हां दा ते संसार नूं सुखी किया। इस करके जगत जलंदा रख लै अपनी किरपा तार, जित द्वारे उभरे तिते लै उबार। ते बाबा श्री चंद इस तरह रटन करते हुए लोगों के दुख दूर करते हुए संगत के दुख दूर करते हुए संसार दे विच गमन करते रहे। बाबा श्री चंद जी की आयु लगभग 151 साल की हुई है। बाबा बुढ़ा जी की भी आयु 151 साल की हुई है। समकाली सन वो भी 6वें पातशाह तक रहे। बाबा बुढ़ा जी तो 6वीं पातशाही तक बाबा श्री चंद रहे। तो गुरु हरगोबिंद साहब ने अपना बड़ा सपुत्र बाबा गुरदिता बाबा श्री चंद जी को सौंप दिता सी। बाबा श्री चंद जी ने वर दिता सी, गुरदिता जगत का टिक्का, जो मंगिया सो वर दिता। कीरतपुर साहब के कोल इन्हां दा अस्थान है नहर के कंढे, जो बाबा गुरदिता जी का डेरा, तो नहर तो दूसरे पासे बाबा बुढ़न शाह का मुसलमान फकीर उसका डेरा है। जिथे जिथे नाम जपिया गया है उत्थे उत्थे अज तक नमस्कार होंदियां हैं। वाहिगुरू जी का खालसा, वाहिगुरू जी की फतेह।